ਕਿ ਬਹੁ ਰੂਪੀਆ ਇਸ ਦਾ ਨਾਮ ਹੈ, ਬੜੇ ਬਲ ਵਾਲਾ ਇਸ ਨੂੰ ਉਸ ਵੇਲੇ ਜਾਣ ਕੇ। ਸਾਮਹਿ ਥਿਰਿਓ ਸੋ ਬੀਰ, ਹਾਥ ਧਾਰ ਆਯੁ ਧਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਾਹਮਣੇ ਖਲੋਤਾ ਹੋਇਆ। ਹੁਣੇ ਆਪਾਂ ਬਚਨ ਸਰਵਣ ਕੀਤਾ ਨਾ, ਮਹਾਰਾਜ ਨੇ ਪੂਰੇ ਦਰਬਾਰ ਦੇ ਵਿੱਚ, ਦੀਵਾਨ ਦੇ ਵਿੱਚ ਨਿਗਾਹ ਫੇਰ ਕੇ ਵੇਖਿਆ ਵੀ ਕੌਣ ਸਿੱਖ ਕਿੱਥੇ ਬੈਠਾ ਹੈ ਤੇ ਕਿਹੜਾ ਇਹ ਸੇਵਾ ਕਰ ਸਕਦਾ ਹੈ। ਮਹਾਰਾਜ ਜੀਆਂ ਦੀ ਨਿਗਾਹ ਭਾਈ ਬਚਿੱਤਰ ਸਿੰਘ ਤੇ ਜਾ ਕੇ ਪਈ। ਸਾਹਮਣੇ ਖਲੋਤਾ ਸੀ ਮਹਾਰਾਜ ਦੇ, ਹੱਥ ਵਿੱਚ ਇਸਨੇ ਸ਼ਸਤਰ ਫੜੇ ਹੋਏ ਤੇ ਸਤਿਗੁਰਾਂ ਦੀ ਨਿਗਾਹ ਇਸ ਦੇ ਉੱਪਰ ਪਈ ਹੈ। ਮਾਨ ਹੈ ਪ੍ਰਭੂ ਸੁਭਾ, ਹੈ ਆਨੰਦ ਧੀਰ ਮਾਹੇ। ਤੇ ਦੂਜਾ ਬਚਨ ਇਹ ਹੈ ਗੁਰਮੁਖੋ, ਇਹ ਸਤਿਗੁਰਾਂ ਦਾ ਬਚਨ ਕੋਈ ਵੀ ਹੋ ਜਾਵੇ ਅੱਗੇ ਵੀ ਮੰਨਦਾ ਹੈ। ਇਹ ਅੱਜ ਪਹਿਲੀ ਵਾਰੀ ਨਹੀਂ ਹੋਣ ਲੱਗਾ ਵੀ ਅੱਜ ਮਹਾਰਾਜ ਕਹਿਣਗੇ ਵੀ ਜਾਓ ਬਚਿੱਤਰ ਸਿੰਘ ਆਹ ਕੰਮ ਕਰੋ। ਪਹਿਲਾਂ ਵੀ ਜਦੋਂ ਵੀ ਮਹਾਰਾਜ ਨੇ ਕਿਤੇ ਵੀ ਕੋਈ ਬਚਨ ਕੀਤਾ ਹੈ, ਇਹ ਭਾਈ ਬਚਿੱਤਰ ਸਿੰਘ ਉਸੇ ਵੇਲੇ ਮੰਨਦੇ, ਬਚਨ ਨੂੰ ਕਦੇ ਨਾ ਨੀਸਨ ਕਰਿਆ ਕਰਦੇ। ਔਰ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਹ ਸੂਰਮਾ ਬੜਾ ਧੀਰਜ ਵਾਲਾ ਔਰ ਬੜੇ ਆਨੰਦ ਵਾਲਾ ਹੈ, ਆਪਣੀ ਮੌਜ ਵਿੱਚ ਮਸਤ ਰਹਿਣ ਵਾਲਾ ਔਰ ਬੜੇ ਹੌਸਲੇ ਵਾਲਾ ਇਹ ਮਹਾਰਾਜ ਦਾ ਸਿੱਖ ਹੈ। ਬਾਸ ਤੋਂ ਹਜ਼ੂਰ ਨੀਤ ਭਾਉ ਦੀਹ ਚੀਤ ਜਾਹੇ। ਗੁਰਮੁਖੋ ਮਹਾਰਾਜ ਦੇ ਹਰ ਵੇਲੇ ਹੀ ਕੋਲ ਰਹਿੰਦਾ। ਰਾਤ ਨੂੰ ਤੇ ਚਲੋ ਸੇਵਾ ਲੱਗੀ ਹੈ ਨਾ, ਡਿਊਟੀ ਲੱਗੀ ਹੈ ਵੀ ਰਾਤ ਨੂੰ ਪਹਿਰਾ ਦੇਣਾ ਹੈ, ਰਾਤ ਨੂੰ ਜਾ ਕੇ ਪਹਿਰਾ ਦੇਣਾ ਮਹਾਰਾਜ ਦੇ ਪਲੰਘੇ ਦੇ ਕੋਲ ਜਿੱਥੇ ਮਹਾਰਾਜ ਨੇ ਆਰਾਮ ਕਰਨਾ। ਅਤੇ ਸਵੇਰੇ ਵੀ ਗੁਰਮੁਖੋ ਇਸ਼ਨਾਨ ਪਾਣ ਕਰਕੇ ਜਦੋਂ ਸਮਾਂ ਮਿਲਣਾ ਫਿਰ ਮਹਾਰਾਜ ਦੇ ਕੋਲ ਆ ਜਾਣਾ, ਸਵੇਰੇ ਵੀ ਸੇਵਾ ਕਰਦੇ ਰਹਿਣਾ। ਇਹ ਨਹੀਂ ਵੀ ਰਾਤ ਨੂੰ ਸੇਵਾ ਕੀਤੀ ਹੈ ਤੇ ਹੁਣ ਮੈਂ ਅਗਲੀ ਰਾਤ ਨੂੰ ਹੀ ਆਵਾਂਗਾ, ਦਿਨੇ ਮੈਂ ਨਹੀਂ ਆ ਸਕਦਾ। ਨਹੀਂ, ਦਿਨੇ ਵੀ ਜਦੋਂ ਮੌਕਾ ਮਿਲਣਾ ਉਦੋਂ ਹੀ ਮਹਾਰਾਜ ਦੇ ਕੋਲ ਆ ਕੇ ਸੇਵਾ ਦੇ ਵਿੱਚ ਲੱਗ ਜਾਣਾ। ਸੋ ਕਹਿਣ ਲੱਗੇ ਬਾਸ ਤੋਂ ਹਜ਼ੂਰ ਨੀਤ ਭਾਉ ਦੀਹੀ ਚੀਤ ਜਾਹੇ। ਇਸ ਦੀ ਬਹੁਤ ਜ਼ਿਆਦੀ ਭਾਵਨਾ ਹੈ, ਕਿਉਂਕਿ ਭਾਵਨਾ ਦੇ ਨਾਲ ਹੀ ਬਚਨ ਮੰਨਿਆ ਜਾਣਾ ਨਾ। ਜਿਹਦੀ ਭਾਵਨਾ ਨਹੀਂ ਉਹ ਬਚਨ ਨਹੀਂ ਮੰਨੇਗਾ। ਬਚਨ ਮੰਨਦਾ ਸ਼ਰਧਾ ਵਾਲਾ, ਨਿਸ਼ਰਦਕ ਜਿਹੜਾ ਉਹ ਬਚਨ ਨਹੀਂ ਮੰਨੇਗਾ। ਤੇ ਸ਼ਰਧਾ ਜਿਹੜੀ ਹੈ ਉਹ ਕਿਸੇ ਕਿਸੇ ਗੁਰਮੁਖ ਨੂੰ ਮਿਲਦੀ ਹੈ। ਗੁਰਮੁਖੋ ਜਦੋਂ ਮਹਾਰਾਜ ਨੇ ਬਚਨ ਕੀਤਾ ਨਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿ ਗੁਰੂ ਖਾਲਸਾ ਗੁਰੂ ਸੰਗਤ ਜੀ ਸਾਨੂੰ ਇੱਕ ਇਸ ਦੀ ਲੋੜ ਹੈ। ਤੇ ਗੁਰਮੁਖੋ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਬੈਠੀ ਹੈ। ਬੜੇ ਬੜੇ ਪੁਰਾਣੇ ਮਸੰਦ ਬੈਠੇ ਸਨ ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਤੋਂ ਸੇਵਾ ਕਰਦੇ। ਗੁਰੂ ਅਰਜਨ ਸਾਹਿਬ ਦੇ ਵੀ ਸਿੱਖ ਜਾਂ ਉਹਨਾਂ ਤੋਂ ਸਿੱਖੀ ਲੈ ਕੇ ਸਿੱਖ ਬਣੇ, ਕਈ ਪੀੜ੍ਹੀ ਦਰ ਪੀੜ੍ਹੀ ਸਿੱਖ ਬਣੇ ਵੀ ਬੈਠੇ ਹੋਏ। ਪਰ ਗੁਰਮੁਖੋ ਉਹਨਾਂ ਮਸੰਦਾਂ ਦੇ ਮਨ ਵਿੱਚ ਸ਼ਰਧਾ ਨਹੀਂ ਆਈ ਹੈ, ਬਚਨ ਮੰਨਣ ਦੀ ਚੁੱਪ ਕਰਕੇ ਬੈਠੇ ਰਹੇ। ਇੱਕ ਸਿੱਖ ਉੱਠਿਆ ਸੰਗਤ ਵਿੱਚੋਂ, ਪ੍ਰੇਮੀ ਨੇਮੀ ਜਿਹੜਾ ਘਰੋਂ ਚੱਲ ਕੇ ਆਇਆ, ਉਹਦੇ ਮਨ ਵਿੱਚ ਸ਼ਰਧਾ ਆਈ ਵੀ ਮੈਂ ਬਚਨ ਮੰਨਾਂ। ਜਦੋਂ ਬਚਨ ਮੰਨਣ ਵਾਸਤੇ ਉਸਨੇ ਸੀਸ ਕੁਰਬਾਨ ਕੀਤਾ, ਇਹਨਾਂ ਮਸੰਦਾਂ ਨੇ ਇਹ ਨਹੀਂ ਆਖਿਆ ਵੀ ਮਹਾਰਾਜ ਨੇ ਬੜਾ ਚੰਗਾ ਕੀਤਾ ਵੀ ਸਿੱਖ ਨੇ ਕੁਰਬਾਨੀ ਕੀਤੀ ਹੈ। ਇਹ ਮਸੰਦ ਦੌੜ ਕੇ ਮਾਤਾ ਸਾਹਿਬ ਮਾਤਾ ਨਾਨਕੀ ਜੀਆਂ ਦੇ ਕੋਲ ਚਲੇ ਗਏ, ਮਾਤਾ ਗੁਜਰੀ ਜੀਆਂ ਦੇ ਕੋਲ ਚਲੇ ਗਏ। ਜਾ ਕੇ ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੌਰ ਤਰੀਕੇ ਬਦਲ ਗਏ ਨੇ, ਉਹਨਾਂ ਦੇ ਦਿਮਾਗ ਦੇ ਉੱਪਰ ਭਾਰ ਪੈ ਗਿਆ ਕਿਸੇ ਚੀਜ਼ ਦਾ, ਉਹ ਠੀਕ ਨਹੀਂ ਹਨ। ਉਹਨਾਂ ਨੂੰ ਗੁਰਤਾ ਗੱਦੀ ਤੋਂ ਉਤਾਰ ਕੇ ਤੇ ਪੋਤਰੇ ਨੂੰ ਗੁਰਤਾ ਗੱਦੀ ਤੇ ਬਿਠਾ ਦਿਓ। ਇਹ ਮਸੰਦ ਗੁਰਮੁਖੋ ਐਸੇ ਨਿਸ਼ਰਦਕ ਸਨ ਕਿ ਜਿਹੜਾ ਮਹਾਰਾਜ ਕੰਮ ਕਰਦੇ ਕਹਿੰਦੇ ਵੀ ਨਹੀਂ ਮਹਾਰਾਜ ਤੇ ਗਲਤੀ ਕਰਦੇ, ਇਹ ਸਹੀ ਨਹੀਂ ਕਰਦੇ ਪਏ। ਪਰ ਗੁਰਮੁਖੋ ਸੰਗਤ ਸਿੱਖਾਂ ਦੇ ਮਨ ਵਿੱਚ ਸ਼ਰਧਾ ਹੋਇਆ ਕਰਦੀ। ਇੰਨਿਆਂ ਸਿੱਖਾਂ ਵਿੱਚੋਂ ਮਸੰਦ ਨੂੰ ਕਿਸੇ ਨੂੰ ਨਹੀਂ ਕਿਹਾ ਮਹਾਰਾਜ ਨੇ ਵੀ ਚੱਲ ਭਾਈ ਤੂੰ ਉੱਠ। ਇੱਕ ਮਸੰਦ ਨੂੰ ਆਖਿਆ, ਉਹ ਦੌੜ ਹੀ ਗਿਆ ਰਾਤ ਨੂੰ ਕੰਧ ਟੱਪ ਕੇ। ਸਿੱਖਾਂ ਦੇ ਵਿੱਚੋਂ ਮਹਾਰਾਜ ਨੇ, ਕਿਉਂਕਿ ਸਿੱਖੀ ਭਾਵਨਾ ਸ਼ਰਧਾ ਸੰਗਤ ਵਿੱਚ ਪਰਿਵਾਰਾਂ ਵਿੱਚ ਹੋਇਆ ਕਰਦੀ ਹੈ, ਮਸੰਦਾਂ ਵਿੱਚ ਨਹੀਂ ਹੋਇਆ ਕਰਦੀ। ਇਹ ਮਹਾਰਾਜ ਦਾ ਸਿੱਖ ਹੈ, ਨਾਮ ਹੈ ਭਾਈ ਬਚਿੱਤਰ ਸਿੰਘ। ਇਹਦੀ ਬਹੁਤ ਜ਼ਿਆਦੀ ਭਾਵਨਾ ਹੈ, ਬੜੀ ਸ਼ਰਧਾ ਭਰੋਸਾ ਆਪਣੇ ਮਨ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਰੱਖਦਾ ਹੈ। ਲਲਿਤ ਪਦ ਛੰਦ ਵਿਦਿਆ ਨੇ ਜੇ ਮਾਰਨ ਕੀ ਮੈਂ ਬੁੱਧਵਾਨ ਬੜ ਜਾਣੈ। ਇਹ ਸੂਰਮਾ ਮਹਾਰਾਜ ਜੀ ਦਾ ਸ਼ਸਤਰ ਤੇ ਗੁਰਮੁਖੋ ਸਾਰੇ ਹੀ ਚਲਾ ਲੈਂਦਾ ਹੈ, ਤਲਵਾਰ ਵੀ ਚਲਾ ਲੈਂਦਾ, ਤੀਰ ਵੀ ਚਲਾ ਲੈਂਦਾ। ਪਰ ਕਿਸੇ ਨਾ ਕਿਸੇ ਗੁਣ ਵਿੱਚ ਬੰਦਾ ਖਾਸ ਹੋਇਆ ਕਰਦਾ ਹੈ ਨਾ। ਖਾਸ ਗੁਣ ਇਹਦੇ ਕੋਲ ਸੀ ਵਰਸ਼ਾ ਮਾਰਨ ਦਾ। ਵਰਸ਼ਾ ਕਿਵੇਂ ਚਲਾਉਣਾ ਹੈ, ਇਹਦੇ ਵਿੱਚ ਖਾਸ ਵਿਦਿਆ, ਆਪਾਂ ਕਹਿ ਲਈਏ ਵੀ ਖਾਸ ਟ੍ਰੇਨਿੰਗ ਇਸ ਨੇ ਲਈ ਹੋਈ। ਮਾਹਰ ਹੈ ਤੇ ਸਾਰੇ ਸ਼ਸਤਰ ਚਲਾ ਲੈਂਦਾ। ਤਲਵਾਰ ਤੀਰ ਚਲਾਉਣਾ ਆਉਂਦਾ ਜ਼ਰੂਰ ਹੈ ਜੰਗ ਦੇ ਵਿੱਚ, ਪਰ ਸਾਰੇ ਸ਼ਸਤਰਾਂ ਵਾਲੋਂ ਵਿੱਚੋਂ ਇੱਕ ਵਿੱਚ ਜ਼ਿਆਦਾ ਮੁਹਾਰਤ ਹੁੰਦੀ ਹੈ। ਜਿਵੇਂ ਆਪਾਂ ਕਹਿ ਦਿੰਦੇ ਵੀ ਆਹ ਡਾਕਟਰ ਫਲਾਣੇ ਅੰਗ ਦਾ ਬੜਾ ਮਾਹਰ ਹੈ, ਦੂਜਿਆਂ ਵਾਸਤੇ ਵੀ ਗੋਲੀ ਗੱਪਾ ਤੇ ਉਹ ਦੇ ਹੀ ਸਕਦਾ ਹੈ, ਦੱਸ ਹੀ ਸਕਦਾ ਹੈ, ਪਰ ਇੱਕ ਅੰਗ ਵਾਸਤੇ ਉਹ ਬਿਲਕੁਲ ਸਪੈਸ਼ਲ ਹੈ, ਉਹਦਾ ਪੂਰਾ ਇਲਾਜ ਕਰ ਸਕਦਾ ਹੈ। ਇਸੇ ਤਰ੍ਹਾਂ ਭਾਈ ਬਚਿੱਤਰ ਸਿੰਘ ਹੈ ਡਾਢਾ ਸੂਰਮਾ, ਪਰ ਵਰਸ਼ਾ ਚਲਾਉਣ ਦੇ ਵਿੱਚ ਇਹਦਾ ਕੋਈ ਸਾਨੀ ਨਹੀਂ ਹੈ, ਕੋਈ ਮੁਕਾਬਲਾ ਨਹੀਂ। ਐਸਾ
ਇਸ ਨੇ ਵਿਦਿਆ ਵਰਸ਼ੇ ਦੀ ਕਮਾਈ ਹੋਈ ਹੈ। ਚੜ ਤੁਰੰਗ ਕੈ ਪੈਦਲ ਹੋਇ ਕਰ ਅਦਕ ਪਰਮਾਵਨ ਗੁਰਮੁਖੋ ਠਾਨੈ। ਵਿਦਿਆ ਇੰਨੀ ਕਮਾਈ ਹੈ, ਭਾਵੇਂ ਤੁਰਿਆ ਜਾਂਦਾ ਹੋਵੇ ਤੇ ਇਹਦੇ ਵਰਸ਼ੇ ਦਾ ਨਿਸ਼ਾਨਾ ਕਦੇ ਉਕਦਾ ਨਹੀਂ ਸੀ। ਤੁਰਿਆ ਜਾਂਦਾ, ਭੱਜਾ ਜਾਂਦਾ ਵੀ ਜੇ ਵਰਸ਼ਾ ਚਲਾ ਕੇ ਮਾਰਦਾ ਨਾ ਕਿਸੇ ਦੇ ਵੱਲ ਤੇ ਸਿੱਧਾ ਜਾ ਕੇ ਇਹਦਾ ਵਰਸ਼ਾ ਨਿਸ਼ਾਨੇ ਤੇ ਲੱਗਦਾ ਸੀ। ਜੇ ਇਹ ਘੋੜੇ ਤੇ ਚੜਿਆ ਹੋਇਆ, ਹੁਣ ਘੋੜਾ ਭੱਜੇਗਾ ਤੇ ਬੰਦਾ ਤੇ ਹਿੱਲੇਗਾ ਨਾ, ਘੋੜੇ ਤੇ ਚੜਿਆ ਹੋਇਆ, ਇਹ ਘੋੜੇ ਤੇ ਭੱਜਾ ਜਾਂਦਾ ਵੀ ਜੇ ਵਰਸ਼ਾ ਚਲਾਉਂਦਾ ਸੀ ਤੇ ਵਰਸ਼ਾ ਸਿੱਧਾ ਜਾ ਕੇ ਨਿਸ਼ਾਨੇ ਤੇ ਲੱਗਦਾ ਸੀ। ਐਸਾ ਇਹ ਵਰਸ਼ਾ ਚਲਾਉਣ ਦੇ ਵਿੱਚ ਨਿਸ਼ਾਨਚੀ ਹੈ। ਐਸੀ ਵਿਦਿਆ ਸਿੱਖ ਨੇ ਕਮਾਈ ਹੋਈ। ਬਚਿੱਤਰ ਸਿੰਘ ਜਿਹੜਾ ਹੈ, ਕਹਿਣ ਲੱਗੇ ਵਰਸ਼ਾ ਘੁਮਾ ਕੇ ਫੇਰ ਕੇ ਇੱਧਰ ਉੱਧਰ ਸੱਜੇ ਖੱਬੇ ਪੂਰਾ ਨਿਸ਼ਾਨੇ ਤੇ ਲਾਉਂਦਾ ਹੈ। ਨੇਜਾ ਗਹੇ ਖਰੋ ਜੋ ਸਨਮੁਖ ਸ਼੍ਰੀ ਪ੍ਰਭ ਨਿਕਟ ਹਕਾਰਾ। ਅੱਜ ਵੀ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਵਰਸ਼ਾ ਲੈ ਕੇ ਖਲੋਤਾ ਹੋਇਆ, ਪਹਿਰੇਦਾਰ ਸੀ ਨਾ ਮਹਾਰਾਜ ਦੀ ਸੇਵਾ ਦੇ ਵਿੱਚ, ਅੱਜ ਵੀ ਹੱਥ ਵਿੱਚ ਵਰਸ਼ਾ ਫੜਿਆ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਗਾਹ ਪਈ ਸਾਹਮਣੇ ਤੇ ਸਤਿਗੁਰਾਂ ਨੇ ਆਵਾਜ਼ ਮਾਰੀ, ਕਹਿਣ ਲੱਗੇ ਬਚਿੱਤਰ ਸਿੰਘ। ਅੱਗੋਂ ਬਚਨ ਹੋਇਆ, ਮਹਾਰਾਜ ਹੁਕਮ ਕਰੋ। ਕਹਿਣ ਲੱਗੇ ਆਓ ਸਾਡੀ ਸੇਵਾ ਵਿੱਚ ਹਾਜ਼ਰ ਹੋਵੋ। ਬਚਨ ਸੁਣਦਿਆਂ ਸਾਰੀ ਭਾਈ ਬਚਿੱਤਰ ਸਿੰਘ ਜੀ ਛੇਤੀ ਨਾਲ ਚੱਲ ਕੇ ਜਿੱਥੇ ਮਹਾਰਾਜ ਬਰਾਜੇ ਹੋਏ ਦੀਵਾਨ ਦੇ ਵਿੱਚ ਉੱਥੇ ਆ ਕੇ ਪਹੁੰਚੇ ਹਨ। ਆਓ ਬਚਿੱਤਰ ਸਿੰਘ ਬੱਡ ਜੋਧਾ ਤੁਮ ਮਹਾਰਾਜ ਸਿਰ ਭਾਰੇ ਉਦਾਰ। ਭਾਈ ਬਚਿੱਤਰ ਸਿੰਘ ਬੱਡ ਜੋਧਾ ਆਓ, ਆ ਕੇ ਸਾਡੀ ਸੇਵਾ ਵਿੱਚ ਆ ਜਾਓ। ਆਓ ਬਚਿੱਤਰ ਸਿੰਘ ਬੱਡ ਜੋਧਾ, ਆ ਵੱਡੇ ਯੋਧੇ ਬਚਿੱਤਰ ਸਿੰਘ ਜੀ ਆਓ ਸਾਡੇ ਕੋਲ ਆਉਣਾ ਕਰੋ। ਤੁਮ ਸਿਰ ਭਾਰ ਉਦਾਰਾ। ਤੇਰੇ ਸਿਰ ਅੱਜ ਭਾਰ ਹੈ ਕੌਮ ਦਾ, ਅੱਜ ਤੇਰੇ ਸਿਰ ਤੇ ਕੁਝ ਅਸੀਂ ਭਾਰ ਪਾਉਣ ਲੱਗੇ, ਕੋਈ ਜ਼ਿੰਮੇਵਾਰੀ ਪਾਉਣ ਲੱਗੇ ਹਾਂ। ਆਓ ਸਾਡੇ ਕੋਲ ਇਸ ਭਾਰ ਨੂੰ ਚੁੱਕੋ ਆ ਕੇ। ਜ਼ਿੰਮੇਵਾਰੀ ਖਾਲਸਾ ਪੰਥ ਦੀ, ਅੱਜ ਕੌਮ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ। ਉਤ ਸ਼ੈਲਿੰਦਰ ਦਵਨ ਕੋ ਮਤੰਗ ਬੱਡ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਧਰ ਦੂਸਰੇ ਪਾਸੇ ਦੁਸ਼ਮਣ ਵਾਲੇ ਪਾਸੇ ਅੱਜ ਪਹਾੜੀ ਰਾਜਿਆਂ ਦਾ ਹਾਥੀ ਹੈ, ਜਿਹੜਾ ਬੜਾ ਮਸਤ ਹੈ, ਸ਼ਰਾਬ ਪੀ ਕੇ ਰੱਜਿਆ ਹੋਇਆ, ਅੰਨਾ ਧੁੰਦ ਹੋਇਆ ਹੈ। ਮੰਨ ਲਓ ਵੀ ਹਾਥੀ ਪਾਗਲ ਹੀ ਹੋਇਆ ਹੈ। ਪਾਤਸ਼ਾਹ ਕਹਿਣ ਲੱਗੇ ਇੱਕ ਪਾਸੇ ਕੇਸਰੀ ਚੰਦ ਰਾਜਾ, ਜੋ ਪਹਾੜੀ ਰਾਜਿਆਂ ਵਿੱਚੋਂ ਇੱਕ ਰਾਜਾ ਹੈ, ਉਸ ਦਾ ਹਾਥੀ ਬੜੇ ਵੱਡੇ ਆਕਾਰ ਵਾਲਾ, ਜੋ ਨਸ਼ੇ ਦੇ ਵਿੱਚ ਰੱਜਿਆ ਹੋਇਆ, ਐਸਾ ਵੱਡਾ ਹਾਥੀ ਲੈ ਕੇ ਆਏ ਹਨ। ਇਤ ਤੇ ਕੇਹਰ ਥੀਜੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੱਜ ਅਸੀਂ ਹਾਥੀ ਨਾਲ ਲੜਨ ਵਾਸਤੇ ਹਾਥੀ ਨਹੀਂ ਭੇਜਾਂਗੇ, ਅੱਜ ਅਸੀਂ ਹਾਥੀ ਨਾਲ ਲੜਨ ਵਾਸਤੇ ਆਪਣਾ ਕੇਰੀ ਸ਼ੇਰ ਬਖਸ਼ਿਸ਼ ਕਰਾਂਗੇ, ਕੇਰੀ ਸ਼ੇਰ ਭੇਜਾਂਗੇ। ਅੱਜ ਇਹ ਭਾਈ ਬਚਿੱਤਰ ਸਿੰਘ ਸੂਰਮਾ, ਇਹ ਹਾਥੀ ਨਹੀਂ, ਇਹ ਸਾਡਾ ਕੇਰੀ ਸ਼ੇਰ ਹੈ, ਇਹ ਜਾ ਕੇ ਹਾਥੀ ਨਾਲ ਮੱਥਾ ਲਾਵੇਗਾ। ਇਹ ਬਚਨ ਬਖਸ਼ਿਸ਼ ਵਾਲਾ ਮਹਾਰਾਜ ਨੇ ਮੁਖੋਂ ਆਖਿਆ ਹੈ। ਮਹਾ ਦਾੜ ਨੇਜਾ ਖਰਦੈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹ ਜਿਹੜਾ ਸਾਡਾ ਸੂਰਮਾ ਹੈ ਨਾ, ਤਿੱਖੇ ਨੇਜੇ ਰੂਪੀ ਸ਼ੇਰ ਦੀ ਭਾਰੀ ਦਾੜ ਅਸੀਂ ਦਿਆਂਗੇ। ਜਿਵੇਂ ਸ਼ੇਰ ਦੀਆਂ ਦਾੜਾਂ ਬੜੀਆਂ ਮਜ਼ਬੂਤ ਹੁੰਦੀਆਂ, ਕਰੜੇ ਤੋਂ ਕਰੜੀ ਚੀਜ਼ ਨੂੰ ਪਾੜ ਕੇ ਪਰੇ ਕਰ ਦਿੰਦੀਆਂ, ਮਹਾਰਾਜ ਕਹਿਣ ਲੱਗੇ ਬਚਿੱਤਰ ਸਿੰਘ ਸਾਡਾ ਸ਼ੇਰ ਹੈ। ਅੱਜ ਇਹਨੂੰ ਇਹੋ ਜਿਹਾ ਵਰਸ਼ਾ ਅਸੀਂ ਬਖਸ਼ਿਸ਼ ਕਰਾਂਗੇ, ਜਿਹੜਾ ਵਰਸ਼ਾ ਅਸੀਂ ਦੇਵਾਂਗੇ ਉਹ ਸ਼ੇਰ ਦੀਆਂ ਦਾੜਾਂ ਵਰਗਾ ਹੋਵੇਗਾ, ਔਰ ਭਾਈ ਬਚਿੱਤਰ ਸਿੰਘ ਮਸਤ ਹਾਥੀ ਨੂੰ ਪਾੜ ਦੇਵੇਗਾ। ਇਹ ਬਚਨ ਆਖੇ ਹਨ। ਗਜ ਹਤ ਵੇਕੋ ਕੀਜੈ। ਗਜ ਹਤ ਵੇਕੋ ਕੀਜੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਹੜਾ ਅਸੀਂ ਵਰਸ਼ਾ ਬਖਸ਼ਿਸ਼ ਕਰਾਂਗੇ ਉਹਦੇ ਨਾਲ ਜਾ ਕੇ ਹਾਥੀ ਨੂੰ ਮਾਰਨਾ ਕਰੋ। ਆਯੁਤ ਭਾਲਾ ਭਾਲ ਪ੍ਰਹਾਰੋ। ਮਹਾਰਾਜ ਨੇ ਗੁਰਮੁਖੋ ਦੱਸਿਆ, ਕਹਿਣ ਲੱਗੇ ਬਚਿੱਤਰ ਸਿੰਘ ਹਾਥੀ ਦੇ ਮੱਥੇ ਤੇ ਉਹਨਾਂ ਨੇ ਭਾਵੇਂ ਜਿੰਨੇ ਮਰਜ਼ੀ ਤਵੇ ਬੱਧੇ ਹੋਣ, ਸੂਈਏ ਦੱਸਦੇ ਪਏ ਨਾ ਆ ਕੇ ਮਹਾਰਾਜ ਨੂੰ ਵੀ ਹਾਥੀ ਦਾ ਮੱਥਾ ਤੇ ਲੋਹੇ ਨਾਲ ਢੱਕਿਆ ਹੈ। ਸਤਿਗੁਰੂ ਦੱਸਦੇ ਪਏ, ਕਹਿਣ ਲੱਗੇ ਬਚਿੱਤਰ ਸਿੰਘ ਜਿਹੜਾ ਵਰਸ਼ਾ ਅਸੀਂ ਬਖਸ਼ਿਸ਼ ਕਰਨ ਲੱਗੇ ਇਹ ਤੁਸੀਂ ਜਾ ਕੇ ਹਾਥੀ ਦੇ ਮੱਥੇ ਵਿੱਚ ਮਾਰਨਾ ਹੈ। ਇਹ ਸਾਡਾ ਹੁਕਮ ਇਸੇ ਤਰ੍ਹਾਂ ਹੀ ਮੰਨਣਾ ਹੈ। ਹਾਥੀ ਨੂੰ ਸੱਜਿਓਂ ਖੱਬਿਓਂ ਪੇਟ ਦੇ ਉੱਪਰ ਕਿਤੇ ਵਾਰ ਨਹੀਂ ਕਰਨਾ ਹੈ, ਲੱਤ ਤੇ ਜਾਂ ਅੱਗੋਂ ਪਿੱਛੋਂ ਵਾਰ ਕਰਨ ਨਾਲ ਕੁਝ ਨਹੀਂ ਹੋਣਾ। ਜਿਹੜਾ ਵਰਸ਼ਾ ਅਸੀਂ ਬਖਸ਼ਿਸ਼ ਕਰਨ ਲੱਗੇ ਆ ਇਹਦੇ ਨਾਲ ਹਾਥੀ ਦੇ ਮੱਥੇ ਵਿੱਚ ਜਾ ਕੇ ਵਾਰ ਕਰਨਾ ਹੈ। ਆਯੁਤ ਭਾਲਾ ਭਾਲ ਪ੍ਰਹਾਰੋ ਮੁਰਹਿ ਜਿਸ ਤੇ ਹਾਥੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਮੱਥੇ ਵਿੱਚ ਹਾਥੀ ਦੇ ਵਰਸ਼ਾ ਮਾਰੋਗੇ ਤੁਹਾਡਾ ਵਰਸ਼ਾ ਵੱਜਦਿਆਂ ਨਾਲ ਹੀ ਮਾਥੇ ਹਾਥੀ ਦਾ ਮੱਥਾ ਪਾੜ ਜਾਏਗਾ। ਮੱਥਾ ਪਾੜਦਿਆਂ ਨਾਲ ਹਾਥੀ ਚੀਕਾਂ ਮਾਰਦਾ ਹੋਇਆ ਪਿੱਛੇ ਨੂੰ ਭੱਜ ਆਏਗਾ। ਇਹ ਬਚਨ ਮਹਾਰਾਜ ਜੀਆਂ ਨੇ ਆਖੇ ਹਨ। ਨਹੀਂ ਕਦਾਚਿਤ ਸਨਮੁਖ ਆਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਵਰਸ਼ਾ ਵੱਜਣ ਤੋਂ ਮਗਰੋਂ
ਕਦੇ ਵੀ ਹਾਥੀ ਤੁਹਾਡਾ ਸਾਹਮਣਾ ਨਹੀਂ ਕਰੇਗਾ, ਕਦੇ ਵੀ ਮੁੜ ਕੇ ਤੁਹਾਡੇ ਵਾਲੇ ਪਾਸੇ ਨਹੀਂ ਆਵੇਗਾ। ਜਦੋਂ ਤੁਹਾਡੇ ਵੱਲੋਂ ਵਰਸ਼ਾ ਵੱਜਿਆ, ਕਦਾਚਿਤ ਕਦੇ ਵੀ ਹਾਥੀ ਮੁੜ ਕੇ ਤੁਹਾਡੇ ਵੱਲ ਨਹੀਂ ਆਉਣਾ ਹੈ। ਪਿੱਛੇ ਮਾਰੇ ਸਾਥੀ, ਅਤੇ ਹਾਥੀ ਭੱਜ ਜਾਏਗਾ, ਕੱਲਾ ਭੱਜੇਗਾ ਹੀ ਨਹੀਂ। ਜਿਹੜੀ ਫੌਜ ਨੂੰ ਲੈ ਕੇ ਆਉਂਦੀ ਪਈ ਹੈ ਨਾ, ਆਪਣੀ ਫੌਜ ਨੂੰ ਆਪਣੇ ਥੱਲੇ ਦੇ ਕੇ, ਜਿਹੜੀ ਸੁੰਡ ਦੇ ਨਾਲ ਤਲਵਾਰ ਬੱਧੀ ਹੈ, ਉਸ ਤਲਵਾਰ ਦੇ ਨਾਲ ਆਪਣੇ ਸਿਪਾਹੀ ਮਾਰਦਾ ਹੋਇਆ ਉਸਨੇ ਪਿੱਛੇ ਨੂੰ ਭੱਜ ਜਾਣਾ ਹੈ। ਲੈ ਕੇ ਆਏ ਖਾਲਸੇ ਵਾਸਤੇ, ਪਰ ਹਾਥੀ ਪਿੱਛੇ ਨੂੰ ਦੌੜੇਗਾ, ਆਪਣੀ ਫੌਜ ਨੂੰ ਮਾਰਦਾ ਹੋਇਆ ਉਸਨੇ ਭੱਜ ਜਾਣਾ ਹੈ। ਧਰ ਧੀਰਜ ਦੀਰਘ ਬਲ ਕਰਕੇ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧੀਰਜ ਰੱਖਣਾ ਹੈ। ਭਾਈ ਬਚਿੱਤਰ ਸਿੰਘ ਜੰਗ ਦੇ ਵਿੱਚ ਪੂਰਾ ਧੀਰਜ ਰੱਖਦਿਆਂ ਹੋਇਆ ਤੇ ਦੀਰਘ ਬਲ ਦੇ ਨਾਲ, ਦੀਰਘ ਭਾਵ ਬਹੁਤਾ ਬਲ, ਬਹੁਤੇ ਬਲ ਦੇ ਨਾਲ ਹਾਥੀ ਦੇ ਉੱਪਰ ਹੌਸਲਾ ਵੀ ਰੱਖਣਾ ਹੈ, ਹੋਸ਼ ਵੀ ਰੱਖਣੀ ਹੈ। ਜੋਸ਼ ਦੇ ਨਾਲ ਹੋਸ਼ ਨਹੀਂ ਖੋਣੀ ਹੈ। ਹੋਸ਼ ਦੇ ਸਮੇਤ ਹੋ ਕੇ ਵਰਸ਼ੇ ਦਾ ਡਾਢਾ ਵਾਰ ਹਾਥੀ ਦੇ ਉੱਪਰ ਕਰਨਾ ਹੈ। ਸ਼ੰਕਾ ਤਿਆਗ ਪਰਹਾਰੋ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸ਼ੰਕਾ ਨਹੀਂ ਕਰਨਾ। ਮਨ ਵਿੱਚ ਇਹ ਨਹੀਂ ਸੋਚਣਾ ਵੀ ਮੈਂ ਤੇ ਇੱਕ ਆਮ ਬੰਦਾ ਹਾਂ, ਹਾਥੀ ਏਡਾ ਵੱਡਾ ਹੈ, ਹਾਥੀ ਵਿੱਚ ਭਾਰੀ ਭਰਕਮ ਜ਼ੋਰ ਹੈ, ਮੈਂ ਕਿਵੇਂ ਮੁਕਾਬਲਾ ਕਰਾਂਗਾ। ਕਹਿਣ ਲੱਗੇ ਨਹੀਂ, ਸ਼ੰਕਾ ਨਹੀਂ ਕਰਨਾ, ਸ਼ੰਕੇ ਨੂੰ ਪਰੇ ਕਰ ਦੇਣਾ ਹੈ। ਭਰੋਸਾ ਰੱਖਣਾ ਸਾਡੇ ਬਚਨ ਦੇ ਉੱਪਰ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਐਸੀ ਕਿਰਪਾ ਕਰਨਗੇ, ਭਾਈ ਬਚਿੱਤਰ ਸਿੰਘ ਹਾਥੀ ਤੇਰੇ ਤੋਂ ਡਰ ਕੇ ਇਸ ਤਰ੍ਹਾਂ ਭੱਜੇਗਾ ਜਿਵੇਂ ਸੋਟੇ ਨੂੰ ਵੇਖ ਕੇ ਕੁੱਤਾ ਦੌੜਦਾ ਹੈ। ਸੋ ਐਸਾ ਭਰੋਸਾ ਰੱਖ ਕੇ ਜੰਗ ਦੇ ਵਿੱਚ ਤੁਸੀਂ ਵਰਤਣਾ ਹੈ। ਤਰਾਸ ਨਾ ਕਰੋ ਪ੍ਰਯਾਸ ਤਰੋ ਅਸ। ਸਤਿਗੁਰੂ ਪਾਤਸ਼ਾਹ ਬਚਨ ਕਰਦੇ, ਕਹਿਣ ਲੱਗੇ ਪਹਿਲਾ ਬਚਨ ਇਹ ਆ ਵੀ ਡਰ ਨਹੀਂ ਮੰਨਣਾ। ਹਾਥੀ ਤੇਰਾ ਵਾਲ ਨਹੀਂ ਵਿੰਗਾ ਕਰ ਸਕੇਗਾ, ਇਹ ਤੈਨੂੰ ਬਚਨ ਹੋਏ ਸਾਡੇ ਵੱਲੋਂ। ਹਾਥੀ ਤੋਂ ਬਿਲਕੁਲ ਵੀ ਡਰਨਾ ਨਹੀਂ ਹੈ। ਤੇ ਦੂਜਾ ਬਚਨ ਇਹ ਹੈ ਪ੍ਰਯਾਸ ਕਰਨਾ ਹੈ। ਪ੍ਰਯਾਸ ਨਾਮ ਯਤਨ ਦਾ, ਯਤਨ ਵੀ ਤੇ ਕਰਨਾ ਹੀ ਪਵੇਗਾ ਨਾ, ਹੱਥ ਪੈਰ ਜਾ ਕੇ ਚਲਾਉਣਾ ਹੀ ਪਏਗਾ ਨਾ। ਜੇ ਬੰਦਾ ਜਾ ਕੇ ਖੜ ਹੀ ਜਾਵੇ, ਆਪਣੇ ਆਪ ਤੇ ਕੁਝ ਨਹੀਂ ਹੋਵੇਗਾ, ਹੱਥ ਪੈਰ ਤੇ ਚਲਾਉਣੇ ਪੈਣਗੇ, ਬਰਕਤ ਤੇ ਪ੍ਰਮਾਤਮਾ ਨੇ ਆਪੇ ਪਾ ਦੇਣੀ ਹੈ। ਸਤਿਗੁਰੂ ਕਹਿੰਦੇ ਪਹਿਲਾ ਬਚਨ ਇਹ ਆ ਵੀ ਹਾਥੀ ਦਾ ਡਰ ਨਹੀਂ ਰੱਖਣਾ, ਤੇ ਦੂਜਾ ਬਚਨ ਇਹ ਆ ਵੀ ਤੂੰ ਆਪਣੇ ਵੱਲੋਂ ਯਤਨ ਕਰਨਾ ਕਰ, ਅਸੀਂ ਸਭ ਕੁਝ ਆਪੇ ਲੈਣਾ ਹੈ। ਇਸ ਤਰ੍ਹਾਂ ਜਾ ਕੇ ਯਤਨ ਕਰਨਾ ਕਰੋ। ਜਸ ਕੋ ਪਾਏ ਸੁਖਾਰੋ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਚਿੱਤਰ ਸਿੰਘ ਜੀ, ਤੁਸੀਂ ਬਹੁਤ ਭਾਰੀ ਜਸ ਪਾਓਗੇ ਇਸ ਦੁਨੀਆ ਦੇ ਵਿੱਚ। ਜਿੰਨਾ ਚਿਰ ਦੁਨੀਆ ਰਹੇਗੀ ਨਾ, ਜਿੰਨਾ ਚਿਰ ਸਾਡਾ ਖਾਲਸਾ ਪੰਥ ਰਹੇਗਾ ਨਾ, ਉਹਨਾਂ ਚਿਰ ਭਾਈ ਬਚਿੱਤਰ ਸਿੰਘ ਤੇਰਾ ਜਸ ਦੁਨੀਆ ਗਾਉਂਦੀ ਰਹੇਗੀ। ਐਸਾ ਵਰ ਐਸੀ ਬਖਸ਼ਿਸ਼ ਨੀਚਾ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ ਗਰੀਬ ਨਵਾਜ ਗੁਸਈਆ ਮੇਰਾ ਮਾਥੈ। ਛਤਰ ਤਰ ਐਸਾ ਸ਼ੋਭਾ ਦਾ ਛਤਰ ਮਹਾਰਾਜ ਬਖਸ਼ਿਸ਼ ਕਰਦੇ ਪਏ, ਜਿਸ ਨੀਚ ਕੋ ਕੋਈ ਨਾ ਜਾਣੈ। ਕੌਣ ਜਾਣਦਾ ਸੀ ਬਚਿੱਤਰ ਸਿੰਘ ਕੌਣ ਹੈ? ਹਾਥੀ ਦੇ ਨਾਲ ਲੜਵਾ ਕੇ ਐਸਾ ਨਾਮ ਉੱਚਾ ਕਰ ਦਿੱਤਾ, ਅੱਜ ਤੱਕ ਦੁਨੀਆ ਜਾਣਦੀ ਹੈ। ਅੱਜ ਤੱਕ ਪ੍ਰਸੰਗ ਤੇ ਇਤਿਹਾਸ ਸੁਣਾਏ ਜਾਂਦੇ। ਸਤਿਗੁਰੂ ਕਹਿਣ ਲੱਗੇ ਬਚਿੱਤਰ ਸਿੰਘ ਤੇਰਾ ਜਸ ਦੁਨੀਆ ਵਿੱਚ ਇਸ ਤਰ੍ਹਾਂ ਫੈਲ ਜਾਏਗਾ, ਦੁਨੀਆ ਤੇਰੇ ਨਾਮ ਨੂੰ ਲਿਆ ਕਰੇਗੀ। ਸੁਨ ਬਚਿੱਤਰ ਸਿੰਘ ਭਇਓ ਪ੍ਰਫੁੱਲਤ। ਗੁਰਮੁਖੋ ਜਦੋਂ ਭਾਈ ਬਚਿੱਤਰ ਸਿੰਘ ਨੇ ਬਚਨ ਸੁਣੇ ਨਾ, ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸੁਣਿਆ ਵੀ ਦੁਨੀ ਚੰਦ ਨੂੰ ਵੀ ਮਹਾਰਾਜ ਨੇ ਆਖਿਆ ਹਾਥੀ ਨਾਲ ਲੜਨਾ। ਹਾਥੀ ਨਾਲ ਲੜਨ ਦੀ ਗੱਲ ਸੁਣ ਕੇ ਉਹਦੀਆਂ ਲੱਤਾਂ ਕੰਬਣ ਲੱਗ ਪਈਆਂ। ਮਨ ਵਿੱਚ ਸੋਚਦਾ ਮਹਾਰਾਜ ਤੇ ਮੈਨੂੰ ਮਰਵਾਉਣ ਲੱਗੇ ਹਾਥੀ ਕੋਲੋਂ। ਪਰ ਇਧਰੋਂ ਜਦੋਂ ਬਚਿੱਤਰ ਸਿੰਘ ਨੂੰ ਬਚਨ ਹੋਇਆ ਨਾ ਵੀ ਹਾਥੀ ਨਾਲ ਲੜਨਾ, ਕਹਿਣ ਲੱਗੇ ਬਚਨ ਸੁਣਦਿਆਂ ਨਾਲ ਹੀ ਭਾਈ ਬਚਿੱਤਰ ਸਿੰਘ ਬੜੇ ਪ੍ਰਫੁੱਲਤ ਹੋ ਗਏ, ਬੜੇ ਖਿੜ ਗਏ, ਬੜੇ ਖੁਸ਼ ਹੋਏ। ਅੰਗ ਅੰਗ ਦੇ ਵਿੱਚ ਚਾਅ ਚੜ੍ਹ ਗਿਆ। ਐਸੀ ਵੱਡੀ ਸੇਵਾ ਮਹਾਰਾਜ ਮੇਰੇ ਤੋਂ ਲੈਣ ਲੱਗੇ, ਮਹਾਰਾਜ ਨੇ ਐਸੀ ਮੇਰੇ ਉੱਪਰ ਬਖਸ਼ਿਸ਼ ਕੀਤੀ ਹੈ। ਅੰਗ ਅੰਗ ਕਰਕੇ ਬੜੇ ਖੁਸ਼ ਹੋਏ ਹਨ। ਤਬ ਦੋਨੋਂ ਕਰ ਬੰਦੇ। ਦੋਨੇ ਹੱਥ ਜੋੜ ਲੈ ਮਹਾਰਾਜ ਸਾਹਿਬ ਜੀਆਂ ਦੇ ਅੱਗੇ। ਦੋਨੇ ਹੱਥ ਜੋੜ ਕੇ ਭਾਈ ਬਚਿੱਤਰ ਸਿੰਘ ਨੇ ਫਿਰ ਅਰਦਾਸ ਕੀਤੀ ਹੈ, ਮਹਾਰਾਜ ਮੇਰੀ ਇੱਕ ਪ੍ਰਾਰਥਨਾ ਹੈ, ਮੇਰੀ ਇੱਕ ਬੇਨਤੀ ਹੈ, ਜੇ ਆਪ ਜੀ ਮੈਨੂੰ ਹਾਥੀ ਨਾਲ ਲੜਾਉਣ ਵਾਸਤੇ ਭੇਜਣ ਲੱਗੇ ਹੋ ਤੇ ਕਿਰਪਾ ਕਰਕੇ ਮੇਰੀ ਬੇਨਤੀ ਆਪ ਜੀ ਸਵੀਕਾਰ ਕਰਨਾ ਕਰੋ। ਮਹਾਰਾਜ ਕੀ ਆਇਸ ਜੈਸੇ। ਸਤਿਗੁਰੂ ਪਾਤਸ਼ਾਹ ਜੀ ਜਿਸ ਤਰ੍ਹਾਂ ਤੁਹਾਡੀ ਆਗਿਆ ਹੈ। ਜੇ ਤੁਸੀਂ ਆਖਦੇ ਹੋ ਨਾ ਵੀ ਮੱਥੇ ਦੇ ਵਿੱਚ ਵਰਸ਼ਾ ਮਾਰਨਾ, ਮੱਥੇ ਦੇ ਵਿੱਚ ਹੀ ਮੱਜੇਗਾ। ਜੇ ਤੁਸੀਂ ਆਖਦੇ ਹੋ ਸਤਿ ਸ਼੍ਰੀ ਅਕਾਲ। ਮਹਾਰਾਜ ਕੀ ਆਇਸ ਜੈਸੇ। ਭਾਈ ਬਚਿੱਤਰ ਸਿੰਘ ਕਹਿ ਰਹੇ ਮਹਾਰਾਜ ਜਿਵੇਂ ਤੁਹਾਡੀ ਆਗਿਆ ਹੈ। ਜੇ ਤੁਸੀਂ ਆਖਦੇ ਹੋ ਵੀ ਵਰਸ਼ਾ ਮੱਥੇ ਵਿੱਚ ਵੱਜਣਾ ਚਾਹੀਦਾ, ਮੱਥੇ 'ਚ ਹੀ ਵੱਜੇਗਾ। ਤੁਸੀਂ ਆਖਦੇ ਹੋ ਹਾਥੀ ਦਾ ਭੈ ਨਹੀਂ ਰੱਖਣਾ, ਮਹਾਰਾਜ ਬਿਲਕੁਲ ਨਹੀਂ ਰਵੇਗਾ। ਤੁਸੀਂ ਆਖਦੇ ਹੋ ਜੰਗ ਦੇ ਵਿੱਚ ਧੀਰਜ ਰੱਖਣਾ, ਮਹਾਰਾਜ ਬਿਲਕੁਲ ਰਵੇਗਾ।
ਜਿਵੇਂ ਆਪ ਜੀ ਦੀ ਆਗਿਆ ਹੈ ਮੈਂ ਉਸੇ ਤਰ੍ਹਾਂ ਹੀ ਵਰਤਣਾ ਹੈ। ਤਿਮ ਹੀ ਕਰਉ ਨਿਕੰਦੇ। ਤੇ ਸਤਿਗੁਰੂ ਜਿਵੇਂ ਤੁਸੀਂ ਆਖਿਆ ਨਾ ਵੀ ਵਰਸ਼ਾ ਮਾਰ ਕੇ ਹਾਥੀ ਦਾ ਸਿਰ ਪਾੜਨਾ ਹੈ ਤੇ ਫਿਰ ਹਾਥੀ ਭੱਜੇਗਾ, ਮਹਾਰਾਜ ਬਿਲਕੁਲ ਇਸੇ ਤਰ੍ਹਾਂ ਹੀ ਤੁਹਾਡੇ ਬਚਨਾਂ ਤੇ ਮੈਂ ਫੁੱਲ ਚਾੜ ਦਿਆਂਗਾ ਤੁਹਾਡੀ ਕਿਰਪਾ ਦੇ ਨਾਲ। ਐਸੇ ਤਰ੍ਹਾਂ ਹੀ ਮੈਂ ਹਾਥੀ ਮਾਰਾਂਗਾ ਜਿਵੇਂ ਆਪ ਜੀ ਨੇ ਆਖਿਆ ਹੈ। ਮਹਿ ਇਹ ਹਾਥੀ ਕਿਆ ਵਪੁਰੋ। ਸਤਿਗੁਰੂ ਪਾਤਸ਼ਾਹ ਜੀ ਇਸ ਧਰਤੀ ਦੇ ਉੱਪਰ ਆ ਜਿਹੜੀ ਪ੍ਰਿਥਵੀ ਜਿਹਦੇ ਉੱਪਰ ਆਪਾਂ ਰਹਿੰਦੇ ਆ ਇੱਥੇ ਸੈਂਕੜੇ ਹਾਥੀ ਹੋਣਗੇ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹਾਥੀ ਹੋਣਗੇ। ਮਹਾਰਾਜ ਸਾਹਿਬ ਜੀ ਜੇ ਤੁਹਾਡੀ ਕਿਰਪਾ ਹੋ ਜਾਵੇ, ਇਸ ਧਰਤੀ ਦੇ ਹਾਥੀਆਂ ਦੀ ਕੀ ਗੱਲ ਹੈ, ਇਹ ਤੇ ਵਿਚਾਰੇ ਤੁੱਛ ਹਾਥੀ ਨੇ, ਮੇਰੇ ਸਾਹਮਣੇ ਕੀੜੀ ਦੇ ਸਮਾਨ ਹਨ। ਇਹ ਸਾਰੀ ਧਰਤੀ ਦੇ ਹਾਥੀ ਵੀ ਮੇਰੇ ਸਾਹਮਣੇ ਕੁਝ ਨਹੀਂ ਜੇ ਆਪ ਜੀ ਕਿਰਪਾ ਕਰ ਦੇਵੋ। ਜੋ ਅਰ ਸਕਹਿ ਅਗਾਰੀ। ਸਤਿਗੁਰੂ ਪਾਤਸ਼ਾਹ ਜੀ ਜਿਹੜਾ ਹਾਥੀ ਮੇਰੇ ਅੱਗੇ ਅੜ ਸਕੇ ਇਸ ਤਰ੍ਹਾਂ ਦਾ ਤੇ ਹਾਥੀ ਜੰਮਿਆ ਹੀ ਨਹੀਂ ਹੋ ਸਕਦਾ। ਬਚਨ ਹੋਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਥਾਪੜਾ ਹੋਵੇ ਮਹਾਰਾਜ ਤੁਹਾਡਾ, ਤੁਸੀਂ ਮੈਨੂੰ ਜੰਗ ਦੇ ਵਿੱਚ ਭੇਜੋ ਹਾਥੀ ਨਾਲ ਲੜਨ ਵਾਸਤੇ। ਸਤਿਗੁਰੂ ਇਸ ਦੁਨੀਆ ਦੇ ਵਿੱਚ ਇਸ ਧਰਤੀ ਦੇ ਉੱਪਰ ਇਸ ਤਰ੍ਹਾਂ ਦਾ ਹਾਥੀ ਕੋਈ ਵਿਚਾਰਾ ਹੈ ਹੀ ਨਹੀਂ ਜਿਹੜਾ ਮੇਰੇ ਅੱਗੇ ਖੜ ਸਕੇ। ਸਤਿਗੁਰੂ ਤੁਹਾਡੀ ਬਖਸ਼ਿਸ਼ ਦੇ ਨਾਲ ਹਾਥੀ ਨੂੰ ਐਸੀ ਭਾਜੜ ਪਾਵਾਂਗਾ ਵੀ ਪਿੱਛੇ ਮੁੜ ਕੇ ਨਹੀਂ ਵੇਖੇਗਾ। ਇਹ ਸਾਰਾ ਆਪ ਜੀ ਦਾ ਪ੍ਰਤਾਪ ਹੈ। ਸੁਨਿਓ ਸੁਰਗ ਮਹਿ ਇੱਕ ਐਰਾਵਤ। ਗੁਰਮੁਖੋ ਇਹ ਬਚਨ ਸੁਣਿਆ ਜਾਂਦਾ ਹੈ ਵੀ ਸਵਰਗਾਂ ਦੇ ਵਿੱਚ ਇੱਕ ਹਾਥੀ ਹੈ। ਜਦੋਂ ਆਪਾਂ ਸ਼ਾਸਤਰਾਂ ਨੂੰ ਪੜ੍ਹਦੇ ਆ ਨਾ, ਹਿੰਦੂ ਧਾਰਮਿਕ ਗ੍ਰੰਥਾਂ ਨੂੰ, ਉਹਦੇ ਵਿੱਚ ਬਚਨ ਆਉਂਦਾ ਵੀ ਇੱਕ ਸਮੁੰਦਰ ਦੇ ਵਿੱਚੋਂ ਹਾਥੀ ਨਿਕਲਿਆ ਸੀ। ਜਦੋਂ ਸਮੁੰਦਰ ਰਿੜਕਿਆ ਨਾ ਉਹਦੇ ਵਿੱਚੋਂ 14 ਰਤਨ ਨਿਕਲੇ ਸਨ। 14 ਰਤਨਾਂ ਦੇ ਵਿੱਚ ਹਾਥੀ ਵੀ ਇੱਕ ਰਤਨ ਮੰਨਿਆ ਜਾਂਦਾ ਹੈ। ਹਾਥੀ ਵੀ ਸਮੁੰਦਰ ਵਿੱਚੋਂ ਨਿਕਲਿਆ ਤੇ ਜਦੋਂ ਵੰਡਣ ਲੱਗੇ ਨਾ ਵੀ ਕਿਹਨੂੰ ਕੀ ਕੀ ਦੇਣਾ ਹੈ, ਇਹ ਹਾਥੀ ਜਿਹੜਾ ਸੀ ਫਿਰ ਇੰਦਰ ਨੂੰ ਦਿੱਤਾ ਗਿਆ ਵੀ ਇੰਦਰ ਸਵਰਗਾਂ ਦਾ ਰਾਜਾ ਹੈ, ਸਵਰਗਾਂ ਦੇ ਰਾਜੇ ਇੰਦਰ ਨੂੰ ਹਾਥੀ ਦਈਏ। ਨਾਮ ਹੈ ਉਸ ਦਾ ਐਰਾਵਤ। ਵਿਦਵਾਨ ਕਹਿੰਦੇ ਨੇ ਚਿੱਟੇ ਰੰਗ ਦਾ ਉਹ ਹਾਥੀ ਹੈ, ਬੜਾ ਵੱਡਾ, ਬੜੇ ਬਲ ਵਾਲਾ, ਬੜੀ ਸ਼ਕਤੀ ਵਾਲਾ ਉਹ ਹਾਥੀ ਹੈ ਜਿਹੜਾ ਸਮੁੰਦਰ ਵਿੱਚੋਂ ਨਿਕਲਿਆ ਔਰ ਇੰਦਰ ਰਾਜੇ ਦੇ ਕੋਲ ਹੈ। ਇੰਦਰ ਰਾਜਾ ਉਹਦੀ ਸਵਾਰੀ ਕਰਦਾ ਹੈ। ਭਾਈ ਬਚਿੱਤਰ ਸਿੰਘ ਜੀ ਕਹਿਣ ਲੱਗੇ ਮਹਾਰਾਜ ਆ ਦੁਨੀਆ ਦੇ ਹਾਥੀ ਦੀ ਕੀ ਗੱਲ ਹੈ, ਤੁਹਾਡਾ ਹੁਕਮ ਹੋ ਜਾਵੇ ਮੈਂ ਤੇ ਸਵਰਗਾਂ ਦੇ ਹਾਥੀ ਜਿਹੜਾ ਹੈ ਇੰਦਰ ਦਾ ਹਾਥੀ ਐਰਾਵਤ ਹੈ, ਮੈਂ ਤੇ ਉਹਨੂੰ ਥੱਲੇ ਲਾ ਲਿਆਵਾਂ, ਉਹਨੂੰ ਮਾਰ ਕੇ ਸੁੱਟ ਦੇਵਾਂ ਜੇ ਤੁਹਾਡੀ ਕਿਰਪਾ ਹੋ ਜਾਵੇ। ਇਸ ਤਰ੍ਹਾਂ ਦੇ ਬਚਨ ਬੇਨਤੀ ਦੇ ਰੂਪ ਦੇ ਵਿੱਚ ਕੀਤੇ ਹਨ। ਤਿਸ ਕੋ ਲੈਹੋ ਮਾਰੀ। ਸਤਿਗੁਰੂ ਪਾਤਸ਼ਾਹ ਇਹ ਹਾਥੀ ਕੀ ਹੈ, ਕੇਸਰੀ ਚੰਦ ਦਾ ਕੁਝ ਵੀ ਨਹੀਂ ਹੈ। ਮੈਂ ਤੇ ਸਵਰਗਾਂ ਦੇ ਰਾਜੇ ਇੰਦਰ ਦੇ ਹਾਥੀ ਨੂੰ ਮਾਰ ਕੇ ਥੱਲੇ ਸੁੱਟ ਦੇਵਾਂ, ਐਸੀ ਤੁਹਾਡੀ ਬਖਸ਼ਿਸ਼ ਹੈ, ਐਸਾ ਤੁਹਾਡਾ ਬਲ ਹੈ, ਤੁਹਾਡੇ ਬਲ ਦਾ ਪ੍ਰਤਾਪ ਹੀ ਮਹਾਰਾਜ ਐਸਾ ਹੈ। ਇਹ ਹਾਥੀ ਤੇ ਮੈਨੂੰ ਕੀੜੀ ਜਾਪਦਾ ਪਿਆ ਹੈ। ਗੁਰਮੁਖੋ ਇਹ ਗੱਲ ਹੋਇਆ ਕਰਦੀ ਹੈ ਸ਼ਰਧਾ ਦੀ, ਇਹ ਗੱਲ ਹੋਇਆ ਕਰਦੀ ਹੈ ਬਚਨ ਮੰਨਣ ਦੀ। ਜਿਹੜਾ ਬਚਨ ਮੰਨਦਾ ਹੈ ਪ੍ਰਵਾਨ ਉਹ ਹੈ, ਜਿਹੜਾ ਬਚਨ ਨਹੀਂ ਮੰਨਦਾ ਉਹ ਭਾਵੇਂ ਕੋਲ ਰਵੇ ਤਾਂ ਵੀ ਪ੍ਰਵਾਨ ਨਹੀਂ ਹੈ। ਕੱਲ ਪਰਸੋਂ ਵੀ ਆਪਾਂ ਇਹ ਬਚਨ ਸਰਵਣ ਕੀਤਾ। ਬਾਬਾ ਮੋਹਨ ਜੀ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਹੀ ਰਹਿੰਦੇ ਸਨ। ਕਿੱਧਰੋਂ ਕਿੰਨੀ ਮਾਇਆ ਆਈ ਹੈ, ਕਿਹਨੂੰ ਕਿੰਨੀ ਮਾਇਆ ਦੇਣੀ ਹੈ, ਸੰਗਤ ਨੂੰ ਕਿਵੇਂ ਠਹਿਰਾਉਣਾ ਹੈ, ਲੰਗਰ ਪ੍ਰਸ਼ਾਦਾ ਕਿਵੇਂ ਛਕਾਉਣਾ ਹੈ, ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਮਹਾਰਾਜ ਦੇ ਕੋਲ ਹੀ ਰਹਿੰਦੇ ਬਾਬਾ ਮੋਹਨ ਜੀ। ਪਰ ਜਦੋਂ ਬਚਨ ਮੰਨਣ ਦੀ ਵਾਰੀ ਆਈ ਨਾ, ਸਤਿਗੁਰੂ ਕਹਿਣ ਲੱਗੇ ਬਾਬਾ ਮੋਹਨ ਜੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕੋ। ਨਾ ਦੇ ਵਿੱਚ ਸਿਰ ਮਾਰਿਆ, ਕਹਿਣ ਲੱਗੇ ਨਾ ਇਹ ਨਹੀਂ ਹੋ ਸਕਦਾ। ਗੁਰਮੁਖੋ ਸੇਵਾ ਕਰਦਾ ਹੈ, ਗੁਰੂ ਦੇ ਕੋਲ ਵੀ ਰਹਿੰਦਾ ਹੈ, ਸੰਗਤ ਨੂੰ ਵੀ ਸਾਂਭਦਾ ਹੈ, ਸਾਰਾ ਲੇਖਾ ਜੋਖਾ ਰੱਖਦਾ ਹੈ, ਸੇਵਾ ਤੇ ਕਰਦਾ ਪਿਆ, ਗੁਰੂ ਦੀ ਸੰਗਤ ਵੀ ਕਰਦਾ। ਪਰ ਜਦੋਂ ਬਚਨ ਮੰਨਣ ਦੀ ਵਾਰੀ ਆ ਗਈ ਨਾ, ਬਚਨ ਨਹੀਂ ਮੰਨਿਆ, ਕਹਿਣ ਲੱਗਾ ਨਹੀਂ ਮਹਾਰਾਜ ਮੈਂ ਮੱਥਾ ਨਹੀਂ ਟੇਕਾਂਗਾ। ਇਹ ਤੇ ਸਾਡੇ ਘਰ ਦਾ ਦਾਸ ਹੈ, ਨੌਕਰ ਹੈ ਸਾਡੇ ਘਰ ਦਾ, ਸਾਡੇ ਘਰੇ ਤੇ ਮਿੱਟੀ ਚੁੱਕਦਾ ਰਿਹਾ, ਬੌਲੀ ਸਾਹਿਬ ਦੇ ਵਿੱਚੋਂ ਟੋਕਰੇ ਭਰ ਭਰ ਕੇ ਇਹਨਾਂ ਨੇ ਸਿਰ ਤੇ ਚੁੱਕੇ। ਇਹ ਤੇ ਸੇਵਾਦਾਰ, ਮੈਂ ਮਾਲਕ ਹਾਂ, ਮੈਂ ਮਾਲਕ ਹੋ ਕੇ ਮੱਥਾ ਕਿਵੇਂ ਟੇਕਾਂ, ਮੈਂ ਨਹੀਂ ਟੇਕਾਂ। ਨਹੀਂ ਮੱਥਾ ਟੇਕਿਆ, ਪ੍ਰਵਾਨ ਨਹੀਂ ਹੋਇਆ। ਧੰਨ ਗੁਰੂ ਪਾਤਸ਼ਾਹ ਨੇ ਬਚਨ ਲਿਖਿਆ, ਕਹਿਣ ਲੱਗੇ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ। ਛੋਟੇ ਭਰਾ ਨੇ ਬਚਨ ਮੰਨ ਲਿਆ, ਛੋਟੇ ਪੁੱਤਰ ਨੇ ਬਚਨ ਮੰਨ ਲਿਆ, ਬਾਬਾ ਮੋਹਰੀ ਜੀ ਨੇ ਮੱਥਾ ਟੇਕ ਲਿਆ ਪਰ ਮੋਹਨ ਜੀ ਨੇ ਨਹੀਂ ਟੇਕਿਆ। ਬਚਨ ਇਹ ਹੈ ਗੁਰਮੁਖੋ, ਇਹਦਾ ਭਾਵ ਇਹ ਨਹੀਂ ਵੀ ਆਪਾਂ ਬਹੁਤਾ ਸਮਾਂ ਕੋਲ ਰਹਿੰਦੇ ਹਾਂ ਤੇ ਅਸੀਂ ਪ੍ਰਵਾਨ ਹੋ ਗਏ ਹਾਂ। ਪ੍ਰਵਾਨ ਉਹ ਹੈ ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ,
ਜਿਨ ਸਤਿਗੁਰ ਕੀ ਆਗਿਆ ਸਤ ਕਰਮ ਕਰ ਮਾਨੀ। ਥਾਂ ਉਹ ਪਵੇਗਾ ਜਿਹਨੇ ਬਚਨ ਮੰਨਿਆ ਹੈ। ਮਸੰਦ ਗੁਰੂ ਘਰ ਦੇ ਨਾਲ ਹੀ ਰਹਿੰਦਾ ਰਿਹਾ, ਪਰ ਮਸੰਦ ਨੇ ਬਚਨ ਨਹੀਂ ਮੰਨਿਆ, ਭੱਜ ਗਿਆ, ਲੱਤ ਟੁੱਟੀ, ਸੱਪ ਲੜਿਆ ਤੇ ਮਰਿਆ। ਭਾਈ ਬਚਿੱਤਰ ਸਿੰਘ ਵੀ ਸੇਵਾ ਵਿੱਚ ਰਹਿੰਦਾ, ਪਰ ਬਚਨ ਮੰਨਿਆ ਹੈ। ਬਚਨ ਮੰਨ ਕੇ ਆਖਿਆ, ਮਹਾਰਾਜ ਇਹ ਹਾਥੀ ਕੀ ਹੈ ਮੇਰੇ ਸਾਹਮਣੇ, ਆਪ ਜੀ ਕਿਰਪਾ ਕਰੋ, ਮੈਂ ਤੇ ਸਵਰਗਾਂ ਦੇ ਰਾਜੇ ਦਾ ਐਰਾਵਤ ਹਾਥੀ ਨੂੰ ਮਾਰ ਕੇ ਥੱਲੇ ਸੁੱਟ ਦੇਵਾਂ, ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ। ਐਸਾ ਵੱਡਾ ਬਚਨ ਗੁਰੂ ਕਿਰਪਾ ਵਾਲਾ, ਗੁਰੂ ਬਖਸ਼ਿਸ਼ ਵਾਲਾ ਉਸ ਵੇਲੇ ਭਾਈ ਬਚਿੱਤਰ ਸਿੰਘ ਨੇ ਮਹਾਰਾਜ ਸਾਹਿਬ ਜੀਆਂ ਨੂੰ ਆਖਿਆ ਹੈ। ਹੁਣ ਭਾਈ ਬਚਿੱਤਰ ਸਿੰਘ ਨੂੰ ਮਹਾਰਾਜ ਜੀ ਕਿਵੇਂ ਥਾਪੜਾ ਦੇਣਗੇ, ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਕਰਨਗੇ ਮਹਾਰਾਜ ਸਾਹਿਬ ਜੀ, ਔਰ ਕਿਵੇਂ ਤੋਰਦੇ ਜੰਗ ਮੈਦਾਨ ਦੇ ਵੱਲ, ਔਰ ਭਾਈ ਬਚਿੱਤਰ ਸਿੰਘ ਜੀ ਫਿਰ ਹਾਥੀ ਨੂੰ ਕਿਵੇਂ ਮਾਰਨਗੇ, ਅਗਲੇ ਦੀਵਾਨ ਵਿੱਚ ਭਜਨ ਸਰਵਨ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨ ਛੂਟੀਐ, ਬਖਸ਼ਨ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ। ਆਪ ਸੰਗਤਾਂ